Hello students, how are you? Are you fine? Good, very good. Dear students, today we are going to read about preposition. ਤਾਂ ਸਭ ਤੋਂ ਪਹਿਲਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ preposition ਕੀ ਹੈ। ਤੁਹਾਨੂੰ ਪਤਾ ਹੈ ਕਿ ਗ੍ਰਾਮਰ ਜੋ ਹੈ that is very important ਔਰ preposition ਜੋ ਹੈ ਇਸ ਦੇ ਬਾਰੇ ਜਿੰਨੇ ਵੀ ਕੰਪੀਟੀਸ਼ਨ ਟੈਸਟ ਹੁੰਦੇ ਨੇ ਉਹਨਾਂ ਦੇ ਵਿੱਚ ਵੀ 2-3 ਨੰਬਰ ਦੇ ਕੁਐਸਚਨਸ ਪੁੱਟ ਅਪ ਕੀਤੇ ਹੁੰਦੇ ਨੇ ਔਰ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ 9th ਵਾਸਤੇ 10th ਵਾਸਤੇ ਜਾਂ +1 +2 ਵਾਸਤੇ ਵੀ ਈਵਨ ਇਨ ਦੇ ਐਗਜ਼ਾਮ देयर आर ਸਮ questions which are related to preposition। ਤਾਂ preposition ਨੂੰ ਅੱਛੀ ਤਰ੍ਹਾਂ ਸਮਝ ਲੈਣਾ ਇਹ ਬਹੁਤ ਜ਼ਰੂਰੀ ਹੈ। ਤੇ ਪਹਿਲਾਂ preposition ਦੀ ਆਪਾਂ ਡੈਫੀਨੇਸ਼ਨ ਜਾਣਦੇ ਹਾਂ ਕਿ preposition ਹੈ ਕੀ ਚੀਜ਼। I will write the definition. Preposition is a word used before a noun or pronoun to show its relation with the other words of the sentence। ਕੀ ਮਤਲਬ ਹੋਇਆ ਕਿ preposition is a word एक ऐसा शब्द ਹੁੰਦਾ ਹੈ used before a noun or pronoun ਜਿਹਨੂੰ ਜਾਂ ਤਾਂ ਨਾउन ਤੋਂ ਪਹਿਲਾਂ ਜਾਂ pronoun ਤੋਂ ਪਹਿਲਾਂ ਯੂਜ਼ ਕੀਤਾ ਜਾਂਦਾ ਹੈ to show its relation with the other words of the sentence। ਤੇ ਇਸ ਨੂੰ ਇਹ ਦਰਸਾਉਣ ਵਾਸਤੇ ਕਿ ਸੈਂਟੈਂਸ ਵਿੱਚ ਜੋ ਬਾਕੀ ਦੇ ਹੋਰ ਸ਼ਬਦ ਹਨ ਉਸ ਦਾ ਇਸ ਨਾउन ਜਾਂ pronoun ਦੇ ਨਾਲ ਰਿਲੇਸ਼ਨ ਕੀ ਹੈ। ਜਿਵੇਂ ਕਿ I am going for a walk। ਹੁਣ ਇਸ ਦੇ ਵਿੱਚ I am going for a walk ਹੁੰਦੀ ਹੈ ਸੈਰ। walk ਦਾ ਮਤਲਬ ਤੁਰਨਾ ਵੀ ਹੁੰਦਾ ਹੈ ਪਰੰਤੂ walk ਦਾ ਮਤਲਬ ਸੈਰ ਵੀ ਹੁੰਦੀ ਹੈ। for a walk ਤਾਂ ਇੱਥੇ ਹੁਣ ਜੋ ਇਹ for ਹੈ it is acting as a preposition। ਇਹ preposition ਦਾ ਕੰਮ ਕਰ ਰਿਹਾ ਹੈ ਕਿਉਂਕਿ ਜੋ walk ਹੈ ਉਸ ਤੋਂ ਪਹਿਲਾਂ ਇਸ ਦੀ ਵਰਤੋਂ ਹੋਈ ਹੈ ਤੇ ਬਾਕੀ ਇਸ ਦਾ ਜਿਹੜੇ ਸੈਂਟੈਂਸ ਦੇ ਵਿੱਚ ਬਾਕੀ ਵਰਡਸ ਨੇ ਉਹਦੇ ਨਾਲ ਸੰਬੰਧ ਦਰਸਾਇਆ ਜਾ ਰਿਹਾ ਹੈ। There are so many other prepositions also. The book is lying on the table. The cat is sitting under the table, etc. Under, on, into, at। ਇਸ ਤਰ੍ਹਾਂ ਕਰਕੇ preposition ਬਹੁਤ ਜ਼ਿਆਦਾ ਨੇ ਕਈ ਪ੍ਰਕਾਰ ਦੀਆਂ preposition ਨੇ ਪਰੰਤੂ ਉਹ ਫੇਰ ਕਿਸੇ ਦਿਨ ਹੋਰ ਵੀਡੀਓ ਦੇ ਵਿੱਚ ਅਸੀਂ ਡਿਟੇਲ ਨਾਲ ਪੜਾਂਗੇ। ਹੁਣ ਅਸੀਂ ਸਿੰਪਲੀ ਇੱਕ ਲਿਸਟ ਪੜ੍ਹਦੇ ਹਾਂ ਜਿਹੜੀ ਕਿ preposition ਨਾਲ ਸੰਬੰਧਿਤ ਹੈ and here is a list of important prepositions। ਉਹਦੀ ਯੂਜ਼ ਕਿਵੇਂ ਹੁੰਦੀ ਹੈ ਯੂਟੀਲਾਈਜੇਸ਼ਨ ਕਿਵੇਂ ਹੁੰਦੀ ਹੈ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਜਾਵਾਂਗਾ। ਤਾਂ ਇਹ ਲਿਸਟ ਹੈ। ਸਭ ਤੋਂ ਪਹਿਲਾਂ ਹੈ ਐਟ ਦੀ ਵਰਤੋਂ ਕਿਵੇਂ ਹੁੰਦੀ ਹੈ ਜਿਵੇਂ ਕਿ ਛੋਟਾ ਕੋਈ ਟਾਊਨ ਹੈ ਆਪਾਂ ਕਹਿਣਾ ਹੋਵੇ ਮਾਈ ਅੰਕਲ ਲਿਵਸ ਐਟ ਬਰਨਾਲਾ ਜਾਂ ਮਾਈ ਅੰਕਲ ਲਿਵਸ ਐਟ ਸੰਗਰੂਰ ਐਟਸੈਟਰਾ। ਬਟ ਇਫ ਦ ਲਾਰਜ ਸਿਟੀ ਇਜ਼ देयर ਤਾਂ ਫਿਰ ਇਸ ਦੇ ਵਿੱਚ ਐਟ ਨਹੀਂ ਆਏਗਾ ਐਟ ਦੈਟ ਟਾਈਮ ਇਨ ਆਏਗਾ। ਜਿਵੇਂ ਕਿ ਮਾਈ ਅੰਕਲ ਲਿਵਸ ਇਨ ਦਿੱਲੀ ਮਾਈ ਅੰਕਲ ਲਿਵਸ ਇਨ ਚੰਡੀਗੜ੍ਹ। ਕਹਿਣ ਦਾ ਭਾਵ ਹੈ ਕਿ ਵੱਡਾ ਸ਼ਹਿਰ ਹੋਵੇ ਤੇ ਉਸ ਦੇ ਵਾਸਤੇ ਇਨ ਦੀ ਯੂਟੀਲਾਈਜੇਸ਼ਨ ਹੋਣੀ ਹੈ। ਜੇਕਰ ਕੋਈ ਛੋਟਾ ਕਸਬਾ ਹੈ ਸ਼ਹਿਰ ਹੈ ਤੇ ਉਸ ਦੇ ਵਾਸਤੇ ਐਟ ਦੀ ਵਰਤੋਂ ਹੁੰਦੀ ਹੈ। ਨੋ ਡਾਊਟ ਕਿ ਐਟ ਦੀ ਵਰਤੋਂ ਹੋਰ ਵੀ ਬਹੁਤ ਸਾਰੀ ਥਾਵਾਂ ਦੇ ਉੱਤੇ ਹੁੰਦੀ ਹੈ ਆਪਾਂ ਉਹ ਬਾਅਦ ਦੇ ਵਿੱਚ ਡਿਟੇਲ ਵਿੱਚ ਪੜਾਂਗੇ। ਔਨ ਦੀ ਵਰਤੋਂ ਕਿਵੇਂ ਹੁੰਦੀ ਹੈ ਜਿਵੇਂ ਕਿ ਆਪਾਂ ਕਹਿੰਦੇ ਹਾਂ ਦ ਬੁੱਕ ਇਜ਼ ਲਾਈਂਗ ਔਨ ਦ ਟੇਬਲ ਵੀ ਕਿਤਾਬ ਉੱਤੇ ਹੈ ਟੇਬਲ ਦੇ ਉੱਪਰ ਪਈ ਹੈ। above ਦਾ ਮਤਲਬ ਕੀ ਹੈ ਉੱਪਰ। ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ God is above in the heaven ਕਿ ਪਰਮਾਤਮਾ ਉੱਪਰ ਹੈਵਨ ਦੇ ਵਿੱਚ ਹੈ। across ਦਾ ਮਤਲਬ ਆਰ ਪਾਰ। he swam across a river
उसने दरिया दे पार वो स्विम करता होया गया। अक्रॉस का मतलब पार। अगेंस्ट किसी के विरुद्ध। ही कंप्लेंड अगेंस्ट मी टू द पुलिस कि पुलिस दे विच उसने मेरे विरुद्ध एक शिकायत दर्ज कराई। अगेंस्ट किसी के विरुद्ध। या द मॉनिटर कंप्लेंट अगेंस्ट द नॉटी बॉय कि मॉनिटर ने शरारती बच्चे के विरुद्ध शिकायत की। अलोंग होता है नाल। he is walking along the canal के कैनाल दे नाल वो तुरदा जा रहा है। along the path, along the road। among ਅਸੀਂ ਉਦੋਂ यूज करते हाँ ਜਦੋਂ कि एक तो ज़्यादा गिनती होवे, जिवें कि आपां कहना होवे कि distribute these sweets among the children। ਹੁਣ ਚਿਲਡਰਨ ਗਿਣਤੀ ਦੇ ਵਿੱਚ ਜ਼ਿਆਦਾ ਨੇ, ਪਤਾ ਨਹੀਂ 5 ਨੇ 10 ਨੇ 15 ਨੇ 20 ਨੇ, ਤੇ ਉਹਨਾਂ ਦੇ ਵਾਸਤੇ ਅਸੀਂ ਅਮੰਗ ਦੀ ਵਰਤੋਂ ਕਰਦੇ ਹਾਂ। ਅਰਾਊਂਡ ਦਾ ਮਤਲਬ ਕਿ ਦੁਆਲੇ। ਹੀ ਇਜ਼ ਗੋਇੰਗ ਅਰਾਊਂਡ ਦਾ ਕੈਂਪਸ ਵੀ ਸਾਰਾ ਜਿਹੜਾ ਕੈਂਪਸ ਹੈ ਉਹਦੇ ਆਸੇ-ਪਾਸੇ ਉਹ ਚੱਕਰ ਲਗਾ ਰਿਹਾ ਹੈ। ਹੀ ਸੇਲਡ ਅਰਾਊਂਡ ਦਾ ਵਰਲਡ ਚਾਰੇ ਪਾਸੇ ਸਾਰੇ ਸੰਸਾਰ ਦੇ ਚਾਰੇ ਪਾਸੇ ਉਸਨੇ ਚੱਕਰ ਲਗਾਇਆ। ਬਿਫੋਰ ਦਾ ਮਤਲਬ ਤੁਹਾਨੂੰ ਪਤਾ ਹੀ ਵੀ ਪਹਿਲਾਂ ਬਿਫੋਰ ਲੁੱਕ ਬਿਫੋਰ ਯੂ ਲੀਪ ਵੀ ਜਦੋਂ ਤੁਸੀਂ ਕੋਈ ਵੀ ਕਦਮ ਚੱਕਦੇ ਹੋ ਉਸ ਤੋਂ ਪਹਿਲਾਂ ਜੋ ਉਸ ਨੂੰ ਧਿਆਨ ਨਾਲ ਦੇਖੋ। ਬਿਫੋਰ ਦਾ ਮਤਲਬ ਹੈ ਪਹਿਲਾਂ। ਵੀ ਸ਼ੁੱਡ ਰੀਚ ਆਵਰ ਹੋਮ ਬਿਫੋਰ ਇਟ ਇਜ਼ ਡਾਰਕ। ਇਹ ਤੋਂ ਪਹਿਲਾਂ ਕਿ ਹਨੇਰਾ ਹੋ ਜਾਵੇ ਸਾਨੂੰ ਆਪਣੇ ਘਰ ਪਹੁੰਚ ਜਾਣਾ ਚਾਹੀਦਾ ਹੈ। ਬਿਹਾਈਂਡ ਦਾ ਮਤਲਬ ਪਿੱਛੇ। ਦ ਹੌਸਪੀਟਲ ਇਜ਼ ਬਿਹਾਈਂਡ ਦਿਸ ਬਿਲਡਿੰਗ। ਆਪਾਂ ਕਹਿਣਾ ਹੋਵੇ ਕਿ ਇਸ ਬਿਲਡਿੰਗ ਦੇ ਪਿਛਲੇ ਪਾਸੇ ਜੋ ਹੈ ਨਾ ਉਹ ਕੋਈ ਹੌਸਪੀਟਲ ਹੈ, ਸਕੂਲ ਹੈ, ਕੋਈ ਵੀ ਚੀਜ਼ ਹੈ। ਬਿਹਾਈਂਡ ਦਾ ਮਤਲਬ ਪਿੱਛੇ। ਫਿਰ ਬਿਲੋ ਹੈ। ਬਿਲੋ ਦਾ ਮਤਲਬ ਨੀਚੇ। ਦ ਕਾਈਟ ਇਜ਼ ਕਮਿੰਗ ਬਿਲੋ। ਉਹ ਕਾਈਟ ਜੋ ਹੈ नीचे आ रहा है। He is or the dog is sitting below the table। टेबल के नीचे जो डॉगी है वो लेटा हुआ है, जो सोता हुआ है। beneath होता है हेठा नीचे। this job is beneath my status। भी ये जड़ा काम है ना, ये जॉब है, ये मेरे स्टेटस तो बहुत नीचे है। मतलब कि मैं ਇਹੋ ਜਿਹੀ जॉब ਨੂੰ एक्सेप्ट नहीं करना चाहता। beside का कोल करके, जिवें कि ਆਪਾਂ कहिए the cat is sitting beside the woman। एक औरत के कोल करके जो कैट है वो बैठी हुई है बिटवीन दो जिन्हां दे वास्ते होंदा है। जिवें कि ਆਪਾਂ कहिए कि ये जो पीस ऑफ लैंड है ना, ये दोवां दे विचकार एक झगड़े की जड़ है। ते इस ਨੂੰ ਆਪਾਂ ਕਹਾਂਗੇ कि the piece of land is a cause of conflict between the two brothers। दोवां भरावां दे विचकार ये एक जो है पीस ऑफ लैंड है, ये झगड़े का कारण है बिटवीन। या आप कहिए कि आशा इज सिटिंग बिटवीन अशोक एंड राहुल। तो अशोक ते राहुल दे इन बिटवीन आशा बैठी हुई है। बिटवीन का मतलब विचकार। अमंग ज़्यादा, जिवें कि पहले भी आप गल की है कि जेकर ज़्यादा जने होण एट दैट टाइम अमंग कहते हैं। जिवें कि आप कहने कि the principal is distributing the prizes among the winners। कि विनर्स बहुत सारे ने ते उन्हां दे विचकार उन्हां नूं इनाम वंडे जा रहे हैं प्रिंसीपल द्वारा। फिर बाय का मतलब अपन पैसिव वॉइस दे विच आपां यूज करते हैं। जिवें कि आपां कहने हैं कि आई एम डूइंग दिस वर्क इज बीइंग डन बाय मी। भी पैसिव वॉइस दी मोस्टली बाय दी वरतों हुंदी है। बाय का मतलब द्वारा भी हुंदा है कि आप जिवें कहिए कि बाय हुक और क्रॉक ही इज डिटरमिन्ड टू विन द गेम। ते किसी भी तरह उन्हें गेम में जीतना है। डाउन का मतलब नीचे। जिवें कि द मैन इज कमिंग डाउन द हिल या कमिंग डाउन द रूफ। नीचे ਨੂੰ ਆਉਣਾ। फ्रॉम ਹੁੰਦਾ ਤੋਂ। if you have no money you can take it from me। जेकर पैसे ਤੁਹਾਡੇ ਕੋਲ नहीं है मेरे को ले लो। from me
मेरे तो ले लो। इन का मतलब विच आपको पता है कि इन जिवें आप कहने द बॉय इज स्विमिंग इन द कैनाल, द बॉय इज स्विमिंग इन द पूल। इनटू जो है ना एक मूवमेंट को शो करता है। जिवें कि आप कहिए कि द कैट जंप्ड इनटू द पूल, पूल दे विच उसने कैट ने जो छलांग लगाई, तो ये मतलब इनटू मूवमेंट शो करेगा। ऑन का मतलब होता है ऊपर, जिवें आप कहिए द बुक इज लाइंग ऑन द टेबल, टेबल के ऊपर किताब पई है, टेबल के ऊपर है, तो उस वास्ते अपॉन की वरतों करते हैं। अपॉन फिर मूवमेंट को शो करता है। अपॉन जिवें कि आप कहिए द डॉग जंप्ड अपॉन द कैट, कि जो डॉग सी ना उसने कैट के ऊपर छलांग लगाई, मतलब मूवमेंट हुई। मूवमेंट शो करने वास्ते अपॉन की वरतों होंदी है। जिवें कि द लायन जंप्ड अपॉन अ स्टैग या अ प्रे एटसेट्रा। विद का मतलब होता है नाल, जिवें कि ही कट द एप्पल विद अ नाइफ, उसने एप्पल को कटिया किवें एक नाइफ की चाकू की वरतों करते हुए। ते विदन का मतलब होता है विच, दिस जॉब इज विदिन माई रीच, दिस अचीवमेंट इज विदिन माई रीच, भी हुण ये मेरी पहुंच दे विच है। विदिन जिवें कि कंप्लीट दिस वर्क विदिन अ वीक, कि एक काम एक हफ्ते दे विच हो जाना चाहिए, एक हफ्ते दे विच कर देना चाहिए तुहानूं। तो इस तरह करके इसकी वरतों हुई है। हुण ये कुछ प्रैपोजिशन ने जिन्हां दी कि खास तौर पर वरतों जिहड़ी है करने वास्ते सानूं वी शुड बी वेरी कॉशियस व्हेन वी यूज सच टाइप्स ऑफ प्रैपोजिशन। इन जिवें कि पहला भी गल कीती है, ते इन ते इनटू दा फर्क ये है कि जिवें कि इन दा मतलब दा विच, जिवें कि आपां कहिए द बॉय इज स्विमिंग इन द पूल, ते पूल दे विच तलाब दे विच लड़का जो है वो तैर रहा है। फिर आप इनटू जिहड़ा ना वो मूवमेंट वास्ते होंदा है। मूवमेंट जो शो करनी होवे, जिवें कि आप कहिए कि द बॉय प्लंज्ड जंप्ड और प्लंज्ड इनटू द पूल, प्लंज्ड इनटू द पूल, कि पूल दे विच तलाब दे विच उसने छलांग लगाई। जंप्ड इनटू मूवमेंट शो हुई कि उसने छलांग लगाई, तां करके मूवमेंट शो हो रही है कि ऑन का मतलब ऊपर ही पहला आप गल कर ही चुके हैं। ऑन द बुक इज लाइंग ऑन द टेबल, अ बंच ऑफ कीज इज लाइंग ऑन द टेबल, चाबियां का गुच्छा इत्थे पिया होवे ते असीं कहंदे आ कि ऑन द बंच ऑफ कीज लाइंग ऑन द टेबल। पर जेकर चाबियां का गुच्छा इस तरह है कि असीं इसनूं इस तरह सुट दईए तो इसका मतलब है कि मूवमेंट शो हुई, तो मूवमेंट शो करने वास्ते ऑन टू की वरतों होएगी, ऑन की नहीं होएगी। जिवें कि असीं कहिए कि he threw the bunch of key onto the table, onto the table। और जे पहला आप शो करना सी ते आप कहांगे कि the bunch of key is lying on the table। सिंपली उसके ऊपर है टेबल पे, वो ऑन आएगा। जेकर मूवमेंट शो करनी है फिर ऑन शो आएगा। एक तो बिटवीन से मंग दी वरतों आप पहले ही कर चुके हैं। जे दो जने ने तो फिर बिटवीन, अगर ज़्यादा ना है फिर एट दैट टाइम मंग। जिवें कि आप क्या कि यू शुड डिस्ट्रीब्यूट द स्वीट्स अमंग द चिल्ड्रन। ज़्यादा जने तो जेकर दो जन की गल करते हैं तो आप कहने कि आशा इज सिटिंग बिटवीन अशोक एंड राहुल, उन्होंने दोनों के विचकार। फिर बिसाइड्स का बहुत जो है कई बार भुलेखा पैंदा है। बिसाइड होंदा कोल, जिवें कि आप पहला भी मैं तुहानूं दस्सिया सी कि बिसाइड का मतलब है द कैट इज सिटिंग बिसाइड द वूमैन,
ਜਾਂ ਦ ਕੈਟ ਇਜ਼ ਸਿਟਿੰਗ ਬਿਸਾਈਡ ਇਟਸ ਓਨਰ, ਵੀ ਉਸਦਾ ਜੋ ਮਾਲਕ ਹੈ ਉਸਦੇ ਕੋਲ ਕਰਕੇ। ਤੇ ਜੇਕਰ ਬਿਸਾਈਡਸ ਦੀ ਵਰਤੋਂ ਕਰਨੀ ਹੈ, ਇਹਦਾ ਮਤਲਬ ਹੁੰਦਾ ਬਾਵਜੂਦ, ਬਿਸਾਈਡਸ ਸਟੱਡਿੰਗ ਹੀ ਇਜ਼ ਡੂਇੰਗ ਅ ਜੌਬ, ਜਾਂ ਹੀ ਇਜ਼ ਡੂਇੰਗ ਅ ਜੌਬ ਬਿਸਾਈਡਸ ਸਟੱਡੀ, ਕਿ ਸਟੱਡੀ ਦੇ ਨਾਲ ਨਾਲ ਉਹ ਪੜ੍ਹ ਵੀ ਰਿਹਾ ਹੈ। ਇਹ ਮੇਲ ਤੇ ਫੀਮੇਲ ਦੋਵਾਂ ਵਾਸਤੇ ਚਲੇਗਾ, ਸ਼ੀ ਜਾਂ ਹੀ, ਦੈਟ ਸਾਡੀ ਮੈਟਰ। ਤਾਂ ਇਸ ਕਰਕੇ ਬਿਸਾਈਡਸ ਤੇ ਬਿਸਾਈਡ ਦੀ ਯੂਟੀਲਾਈਜੇਸ਼ਨ ਕਰਦੇ ਸਮੇਂ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਇਸ ਪ੍ਰਕਾਰ ਮੈਂ ਸਮਝਦਾ ਹੈ ਕਿ ਤੁਹਾਨੂੰ ਇਸ ਦਾ ਕੋਈ ਗੰਡਾ ਸਮਝ ਆ ਗਿਆ ਹੋਵੇਗਾ, ਪਰੰਤੂ ਨਾਓ ਇਟ ਡਿਪੈਂਡਸ ਅਪੋਨ ਯੂ that if you do more and more practice, you will be able to fill in the blanks which are related to the preposition very correctly। ਤਾਂ ਆਓ ਥੋੜੀ ਜੀ ਆਪਾਂ ਐਕਸਰਸਾਈਜ਼ ਇੱਥੇ ਵੀ ਕਰ ਲਈਏ। ਫਿਰ ਇੱਥੇ ਮੈਂ ਤੁਹਾਡੇ ਵਾਸਤੇ 10 ਸੈਂਟੈਂਸਸ ਲਿਖੇ ਨੇ, ਨਾਲ ਤੁਸੀਂ ਵੀ ਦੱਸੋਗੇ ਮੈਨੂੰ ਕਿ ਆਪਾਂ ਇੱਥੇ ਕੀ ਭਰਾਂਗੇ, ਔਰ ਇਹਦੇ ਨਾਲ ਥੋੜ੍ਹਾ ਜਿਹਾ ਪਤਾ ਚੱਲ ਜਾਏਗਾ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਪ੍ਰੈਪੋਜੀਸ਼ਨ ਦੀ ਯੂਟੀਲਾਈਜੇਸ਼ਨ ਕਰਨੀ ਹੈ। ਪਹਿਲਾ ਸੈਂਟੈਂਸ ਹੈ, ਆਈ ਹੈਵ ਫਾਊਂਡ ਮਿਊਜ਼ਿਕ। ਯੈਸ ਆਫ ਯੈਸ, ਆਈ ਹੈਵ ਫਾਊਂਡ ਆਫ ਮਿਊਜ਼ਿਕ, ਕਿ ਮੈਂ ਮਿਊਜ਼ਿਕ ਦਾ ਜੋ ਹੈ ਪਸੰਦ ਕਰਦਾ ਹਾਂ, ਸ਼ੌਕੀਨ ਹਾਂ। He prefers tea, coffee, ਤਾਂ ਇਹ ਆਏਗਾ to, he prefers tea to coffee, ਯਾਨੀ ਕਾਫੀ ਨਾਲੋਂ ਚਾਹ ਉਸਨੂੰ ਜ਼ਿਆਦਾ ਪਸੰਦ ਹੈ। ਕੰਪੈਰੀਜ਼ਨ ਆ ਗਿਆ ਦੋ ਚੀਜ਼ਾਂ ਦਾ, ਉਹਦੇ ਵਾਸਤੇ to ਹੁੰਦਾ ਹੈ। The thieves broke house, broke ਦੇ ਨਾਲ into, broke into, break into, ਇਹ ਦੂਜੀ ਫਾਰਮ ਆ ਗਈ broke। ਤਾਂ the thieves broke into the house, ਕਿ ਘਰ ਦੇ ਵਿੱਚ ਉਹਨਾਂ ਨੇ ਸੰਨ ਲਗਾ ਲਈ, ਯਾਨੀ ਕਿ ਚੋਰੀ ਦੇ ਮਕਸਦ ਦੇ ਨਾਲ। ਨੈਕਸਟ ਹੈ, ਮਾਈ ਨੇਬਰ ਇਜ਼ ਜੈਲਸ ਆਫ ਮੀ। ਜੈਲਸ ਹੁੰਦਾ ਹੈ ਕਿ ਸਾੜਾ ਕਰਨਾ, ਈਰਖਾ ਕਰਨੀ। ਮਾਈ ਨੇਬਰ ਇਜ਼ ਜੈਲਸ ਆਫ ਮੀ। ਨੈਕਸਟ ਹੈ, ਦ ਕੈਟ ਸਪਰੈਂਗ ਦ ਟੇਬਲ, ਤਾਂ ਇਸ ਦੇ ਵਿੱਚ ਅਪੋਨ ਆਏਗਾ, ਕਿਉਂਕਿ ਮੂਵਮੈਂਟ ਸ਼ੋ ਹੋਈ ਕਿ ਕੈਟ ਨੇ ਛਲਾਂਗ ਲਗਾਈ, ਕਿੱਥੇ? ਟੇਬਲ ਦੇ ਉੱਪਰ। ਅਪੋਨ ਆਏਗਾ ਕਿ ਦ ਕੈਟ ਸਪਰੈਂਗ ਅਪੋਨ ਦ ਟੇਬਲ। ਦ ਗੋਟ ਜੰਪਡ ਦ ਵੈਲ, ਕਿ ਛਲਾਂਗ ਲਗਾਈ, ਛਾਲ ਲਗਾਈ ਗੋਟ ਨੇ, ਬੱਕਰੀ ਨੇ, ਕਿੱਥੇ? ਇਨਟੂ ਦ ਵੈਲ। ਇਹ ਤੇ ਇਨ ਨਹੀਂ ਆਏਗਾ, ਇਨਟੂ ਦ ਵੈਲ ਇੱਥੇ ਆਏਗਾ। ਨੈਕਸਟ ਹੈ, ਦ ਪੁਲਿਸ ਇਜ਼ ਇਨਵੈਸਟੀਗੇਟਿੰਗ। ਇਨਵੈਸਟੀਗੇਟਿੰਗ ਵਾਸਤੇ ਵੀ ਇਨਟੂ ਹੁੰਦਾ ਹੈ, ਇਹਦੇ ਨਾਲ ਵੀ ਇਨਟੂ ਲੱਗਦਾ ਹੈ। ਦ ਪੁਲਿਸ ਇਜ਼ ਇਨਵੈਸਟੀਗੇਟਿੰਗ ਇਨਟੂ ਦ ਕੇਸ, ਕਿ ਕੇਸ ਦੀ ਛਾਣਬੀਨ ਪੁਲਿਸ ਕਰ ਰਹੀ ਹੈ। ਫਿਰ ਹੈ, ਹੀ ਇਜ਼ ਐਂਬੀਸ਼ੀਅਸ ਆਫ ਫੇਮ, ਕਿ ਉਹ ਫੇਮ ਦਾ, ਪ੍ਰਸਿੱਧੀ ਦਾ ਦੇ ਵਾਸਤੇ ਬਹੁਤ ਜ਼ਿਆਦਾ ਉਤਸੁਕ ਹੈ। ਐਂਬੀਸ਼ੀਅਸ ਹੁੰਦਾ ਹੈ ਜਿਸ ਦੀ ਕਿ ਬਹੁਤ ਜ਼ਿਆਦਾ ਚਾਹਤ ਹੋਵੇ। ਐਂਬੀਸ਼ੀਅਸ ਆਫ ਫੇਮ, ਪ੍ਰਸਿੱਧੀ ਦੀ ਉਸ ਨੂੰ ਚਾਹਤ ਹੈ। ਹੂ ਇਜ਼ ਨੋਕਿੰਗ ਐਟ ਦ ਡੋਰ, ਇਹ ਬਹੁਤ ਇੰਪੋਰਟੈਂਟ ਪ੍ਰੈਪੋਜੀਸ਼ਨ ਹੈ। ਹੂ ਇਜ਼ ਨੋਕਿੰਗ ਐਟ ਦ ਡੋਰ, ਦਰਵਾਜ਼ਾ ਕੌਣ ਖਟਖਟਾ ਰਿਹਾ ਹੈ। ਹਿਜ਼ ਅੰਕਲ ਡੀਲਸ ਕਲੌਥ, ਡੀਲਸ ਇਨ ਹੁੰਦਾ ਹੈ ਕਿ ਕੱਪੜੇ ਦਾ ਵਪਾਰ ਕਰਦਾ ਹੈ। ਹਿਜ਼ ਅੰਕਲ ਡੀਲਸ ਇਨ ਕਲੌਥ। ਇਸ ਤਰ੍ਹਾਂ ਕਰਕੇ ਡੀਅਰ ਸਟੂਡੈਂਟਸ, ਤੁਸੀਂ ਹੋਰ ਵੀ ਪ੍ਰੈਕਟਿਸ ਇੱਥੇ ਕਰਨਾ, ਜਿੰਨੇ ਵੀ ਤੁਹਾਨੂੰ ਸੈਂਟੈਂਸ ਮਿਲ ਸਕਣ ਉਹਨਾਂ ਦੇ ਵਿੱਚ ਫਿਲ ਇਨ ਦ ਬਲੈਂਕਸ ਜੋ ਹੈ ਪ੍ਰੈਪੋਜੀਸ਼ਨ ਜਿੱਥੇ ਵੀ ਆਉਣਗੀਆਂ ਉਹਦੀ ਪ੍ਰੈਕਟਿਸ ਕਰੋ। ਐਂਡ ਮੋਰ ਦ ਪ੍ਰੈਕਟਿਸ ਯੂ ਡੂ, ਮੋਰ ਸਕਸੈਸਫੁਲ ਯੂ ਵਿਲ ਬੀ ਏਬਲ ਟੂ get the marks in the examination as well as in the competition exams, because these preparations are very very important। ਤਾਂ in the end ਹੁਣ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ there are so many videos which we would upload, and those very videos would prove very beneficial to the students of 8th, 9th, 10th class, +1, +2, as well as for those who wish to sit in the competitive examinations, ਜਿਨ੍ਹਾਂ ਨੇ ਕਿ ਇਮਤਿਹਾਨ ਦੇਣਾ ਹੈ, ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਵਿੱਚ ਭਾਗ ਲੈਣਾ ਹੈ, ਤੇ ਉਹਨਾਂ ਨੂੰ ਦੇ ਵਾਸਤੇ these very videos would prove very beneficial। ਹੋਰ ਵੀ ਬਹੁਤ ਮੈਟਰ ਜੋ ਹੈ ਅਸੀਂ ਅਜੇ ਅਪਲੋਡ ਕਰਨਾ ਹੈ, ਔਰ
इसकी डेमोनस्ट्रेशन मैं तुहानूं दिया करांगा इन द शेप ऑफ वीडियोस। इस करके सर्टनली एंड डेफिनेटली यू शुड सबसक्राइब आवर चैनल। ते एक गल होर ख्याल रखना कि इस वीडियो नूं लाइक भी करना है ते शेयर भी करना विद योर नियर एंड डियर वंस। ओके, थैंक यू वेरी मच।